गुरु ग्रंथ साहिब जी महाराज सच्चे पातशाह गुरु पिता जी दी पवित्र पावन बारगाह विच जुड़ बैठी गुरु रूप गुरु प्यारी साध संगत जी, आपां सारे ही वडभागे हाँ जो इस समय दे अंदर अपने सवासां अते समय नूं सफलियां कर रहे हाँ। सतगुरु गुरु ग्रंथ साहिब जी महाराज सच्चे पातशाह जी ने मेहरामत की जो हर ऐतवार महापुरुषों के स्थान ते सरबत के भले वास्ते अरदास बेनती हुंदी है ते नाल ही गुरमत समागम भी कथा विचारां आप संगतां सरवण करदे हो। सो इस ऐतवार जो पिछले दिनी धन धन सतगुरु गुरु अर्जन देव जी महाराज सच्चे पातशाह जी का शहीदी दिहाड़ा लंघ करके गया ते महापुरुष बाबा हरनाम सिंह जी पातशाह जी जोगेवाल वाले उन्हां दा सालाना जोड़ मेला लंघिया है। दोवां ही महापुरुषां गुरु महाराज जी नूं समर्पित गुरमत समागम उलीके गए। धुरकी बाणी दे सहज पाठ प्रारंभ होए। अज धुरकी बाणी दे सहज पाठां दी संपूर्णताई होई। भोग दे श्लोक आप संगतां ने सरवण कीते हन। आओ हुण कुछ समय वास्ते गुरमत विचारां दी सांझ पाईए। महाराज जी कृपालता करन, आप ही विचवर्त करके प्रेम शरदा भावना दे सहित होके विचार कहन सुनन समझन ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਅੰਮ੍ਰਿਤਮਈ ਫਤਿਹ ਦੀ ਸਾਂਝ ਪਾਈਏ। ਸਾਰੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਜੇਠ ਸੁਦੀ ਚੌਥ ਨੂੰ 23 ਮਈ ਨੂੰ ਲੰਘ ਕਰਕੇ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਪਰਉਪਕਾਰ ਕੀਤੇ ਸਾਡੇ ਤੇ। ਸਾਨੂੰ ਇੱਕ ਕੇਂਦਰੀ ਸਥਾਨ ਦਿੱਤਾ। ਜਿੱਥੇ ਕੇਂਦਰੀ ਸਥਾਨ ਦਿੱਤਾ ਉੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ। ਇੱਕ ਸਾਨੂੰ ਸਾਂਝਾ ਗ੍ਰੰਥ ਦਿੱਤਾ ਜਿਹਦੀ ਅਗਵਾਈ ਦੇ ਵਿੱਚ ਅਸੀਂ ਆਪਣੇ ਕਾਰਜ ਕਰ ਸਕੀਏ। ਸੋ ਸਤਿਗੁਰਾਂ ਨੇ ਬੜੀ ਮਿਹਰਾਮਤ ਕੀਤੀ। ਮਹਾਰਾਜ ਜੀ ਨੇ ਜੀਵਾਂ ਦੇ ਭਲੇ ਵਾਸਤੇ ਪਰਉਪਕਾਰ ਕੀਤੇ। ਜਿੱਥੇ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਪ੍ਰਮਾਤਮਾ ਦੀ ਸਿਫਤ ਸਲਾਹ ਲਿਖੀ, ਉੱਥੇ ਬਾਣੀ ਦੇ ਅੰਦਰ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਸ਼ਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ, ਸਿਮਰਨ ਕੀਤਾ। ਉਹਨਾਂ ਨੂੰ ਮਹਾਰਾਜ ਜੀ ਇਹ ਬਚਨ ਕਰਦੇ ਨੇ ਆਪ ਸਤਿਗੁਰੂ ਜੀ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਮਹਾਂਪੁਰਸ਼ਾਂ ਦਾ ਆਉਣਾ ਸੰਸਾਰ ਦੇ ਵਿੱਚ ਧੰਨ ਧੰਨ ਕਹਿੰਦੇ ਆ ਕਿ ਉਹਨਾਂ ਦਾ ਆਇਆ ਹੋਇਆ ਧੰਨਤਾ ਦੇ ਯੋਗ ਹੈ ਜਿਹੜੇ ਆਪ ਪਰਮੇਸ਼ਰ ਦੀ ਬੰਦਗੀ ਕਰਦੇ ਆ ਤੇ ਹੋਰਨਾਂ ਨੂੰ ਪਰਮੇਸ਼ਰ ਦੀ ਬੰਦਗੀ ਨਾਲ ਜੋੜਦੇ ਨੇ। ਆਪ ਤਾਂ ਉਹ ਮੁਕਤ ਹੁੰਦੇ ਨੇ, ਹੋਰਨਾਂ ਨੂੰ ਵੀ ਮੁਕਤ ਕਰਦੇ ਨੇ। ਇਹੋ ਜਿਹੇ ਮਹਾਂਪੁਰਸ਼ਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਦੇ ਹਨ। ਤੇ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਜੋ ਆਪਣੇ ਨੇੜੇ ਹੀ ਇੱਥੇ ਜੋਗੇ ਵਾਲਾ ਨਗਰ ਹੈ, ਇੱਥੇ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਅਖੀਰਲੇ ਸਾਲ ਸਨ ਉਹ ਬਤੀਤ ਕੀਤੇ। ਉਹਨਾਂ ਮਹਾਂਪੁਰਸ਼ਾਂ ਦਾ ਨਾਮ ਦੇਖਿਓ ਹਰਨਾਮ ਸਿੰਘ। ਹਰ ਨਾਮ ਗੁਰਬਾਣੀ ਦੇ ਵਿੱਚ ਬਹੁਤ ਸਾਰੀ ਥਾਈਂ ਤਕਰੀਬਨ ਜੇ ਆਪਾਂ ਨਿਗਾਹ ਮਾਰ ਕੇ ਦੇਖੀਏ ਤਾਂ ਹਰ ਨਾਮ ਵੀ ਬੜੀ ਵਾਰ ਗੁਰਬਾਣੀ ਵਿੱਚ ਆਇਆ ਤੇ ਨਾਮ ਵੀ ਸ਼ਬਦ ਜਿਹੜਾ ਗੁਰਬਾਣੀ ਵਿੱਚ ਬੜੀ ਵਾਰ ਵਰਤਿਆ ਗਿਆ। ਹਰ ਨਾਮ ਦੀ ਗੱਲ ਮਹਾਰਾਜ ਜੀ ਕਰਦੇ ਨੇ। ਹਰ ਨਾਮ ਦਾ ਅਰਥ ਹੁੰਦਾ, ਹਰ ਦਾ ਨਾਂ ਅਰਥ ਪਰਮਾਤਮਾ, ਨਾਮ ਦਾ ਅਰਥ ਹੁੰਦਾ ਕਿ ਵਾਹਿਗੁਰੂ ਦਾ ਨਾਮ, ਜਾਂ ਜੋ ਨਾਮ ਪ੍ਰਸਿੱਧ ਹੈ, ਜੋ ਨਾਮ ਜਪਿਆ ਜਾਂਦਾ, ਜਿਸ ਕਰਕੇ ਕੋਈ ਮਨੁੱਖ ਜਾਣਿਆ ਜਾਂਦਾ,
ਉਹਦਾ ਨਾਮ ਹੁੰਦਾ ਹੈ, ਕਿਰਤਮ ਨਾਮ ਵੀ ਹੁੰਦੇ ਨੇ। ਤੇ ਇਸ ਕਰਕੇ ਮਹਾਂਪੁਰਸ਼ਾਂ ਦਾ ਜਿਹੜਾ ਨਾਮ ਹੈ ਹਰਨਾਮ ਸਿੰਘ, ਉਹਨਾਂ ਨੇ ਆਪਣੇ ਨਾਮ ਨੂੰ ਹੀ ਸਫਲਾ ਕੀਤਾ। ਸਾਰੀ ਜ਼ਿੰਦਗੀ ਬਚਪਨ ਤੋਂ ਹੀ ਲੈ ਕਰਕੇ, ਛੋਟੀ ਉਮਰ ਤੋਂ ਲੈ ਕਰਕੇ ਉਹਨਾਂ ਨੇ ਸਾਰੀ ਜ਼ਿੰਦਗੀ ਹਰੀ ਨਾਮ ਆਪ ਜਪਦੇ ਰਹੇ, ਹੋਰਨਾਂ ਨੂੰ ਜਪਾਉਂਦੇ ਰਹੇ, ਜੀਵਾਂ ਦਾ ਭਲਾ ਕੀਤਾ। ਮਹਾਂਪੁਰਸ਼ਾਂ ਨੇ ਜਿੱਥੇ ਆਪਣਾ ਜੀਵਨ ਸਫਲ ਬਣਾਇਆ, ਉੱਥੇ ਹੋਰਾਂ ਜੀਵਾਂ ਦਾ ਵੀ ਭਲਾ ਕੀਤਾ, ਆਪਣੇ ਨਾਮ ਨੂੰ ਸਫਲ ਕੀਤਾ। ਵਿਰਲੇ ਹੀ ਹੁੰਦੇ ਨੇ ਸੰਸਾਰ ਦੇ ਵਿੱਚ, ਨਾ ਤਾਂ ਕਈ ਬਹੁਤ ਵਧੀਆ ਆਪਣੇ ਰਖਾ ਲੈਂਦੇ ਨੇ, ਪਰ ਵਿਰਲੇ ਹੁੰਦੇ ਸੰਸਾਰ ਦੇ ਵਿੱਚ ਜਿਹੜੇ ਆਪਣੇ ਨਾਮ ਨੂੰ ਸਫਲਾ ਕਰਕੇ ਜਾਂਦੇ ਆ। ਤੇ ਇੱਕ ਗੁਰੂ ਮਹਾਰਾਜ ਜੀ ਦੀਆਂ ਬਖਸ਼ਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜੋਤ ਹੈ 10 ਸਰੂਪਾਂ ਦੇ ਅੰਦਰ ਵਰਤੀ, ਉਹੀ ਜੋਤ ਜਿਹੜੀ ਹੈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਵਰਤ ਰਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਤੀਸਰੇ ਜਾਮੇ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਵਰਤ ਰਹੀ ਸੀ, ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ, ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਨੇ ਬੌਲੀ ਦੀ ਸੇਵਾ ਸ਼ੁਰੂ ਕਰਵਾਈ। ਤੇ ਜਦੋਂ ਬੌਲੀ ਦੀ ਸੇਵਾ ਸ਼ੁਰੂ ਹੋਈ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਆ ਕਰਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ। ਕੋਈ ਤਨ ਕਰਕੇ ਸੇਵਾ ਕਰਦਾ, ਕੋਈ ਧਨ ਕਰਕੇ ਸੇਵਾ ਕਰਦਾ, ਤੇ ਕੋਈ ਮਨ ਕਰਕੇ ਵੀ ਸੇਵਾ ਕਰਦਾ, ਬਾਣੀ ਦਾ ਜਾਪ ਵੀ ਕਰਦੇ। ਜਿੱਥੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਵਾਲੇ ਨੇ, ਉੱਥੇ ਮਹਾਰਾਜ ਜੀ ਨੇ ਜਿਹੜੇ ਲੋਕ ਲੋੜਵੰਦ ਸਨ, ਉਹਨਾਂ ਨੂੰ ਦਿਹਾੜੀ ਤੇ ਵੀ ਰੱਖਿਆ। ਮਹਾਰਾਜ ਮਾਇਆ ਦੇ ਕੇ ਵੀ ਕੰਮ ਕਰਵਾਇਆ ਕਰਦੇ ਸੀ ਕਿ ਇਹਨਾਂ ਦਾ ਜਿਹੜਾ ਰੁਜ਼ਗਾਰ ਵੀ ਹੈ ਜੋ ਲੋਕਾਂ ਦਾ ਚੱਲਦਾ ਰਹੇ। ਇਹ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਸ਼ਰਧਾ ਭਾਵਨਾ ਦੇ ਨਾਲ ਵੀ ਆ ਕੇ ਸਿੰਘ ਸੇਵਾ ਕਰਦੇ, ਸਿੱਖ ਸੇਵਾ ਕਰਦੇ। ਤੇ ਕਈ ਜਿਹੜੇ ਸੀ ਮਹਾਰਾਜ ਜੀ ਨੇ ਲੋੜਵੰਦ ਗਰੀਬ ਸਨ, ਜਿਹੜੇ ਜਿਨ੍ਹਾਂ ਨੂੰ ਲੋੜ ਸੀ, ਉਹਨਾਂ ਨੂੰ ਮਹਾਰਾਜ ਜੀ ਨੇ ਦਿਹਾੜੀ ਦੇ ਉੱਤੇ, ਭਾਵ ਕਹਿ ਲਈਏ ਮਾਇਆ ਦੇ ਕਰਕੇ ਕੰਮ ਵਾਸਤੇ ਲਾਇਆ ਸੀ ਬੌਲੀ ਤੇ। ਬੌਲੀ ਦੀ ਸੇਵਾ ਚੱਲਦੀ ਰਹੀ। ਜਦੋਂ ਬੌਲੀ ਦਾ ਕਾੜ ਆਇਆ ਨਾ, ਥੱਲੇ ਰੋੜਾਂ ਵਾਲੀ ਧਰਤੀ ਆ ਗਈ, ਉਹ ਟੁੱਟ ਨਹੀਂ ਰਹੀ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਆ ਕਰਕੇ ਬੇਨਤੀ ਕੀਤੀ ਸਿੱਖਾਂ ਨੇ ਕਿ ਮਹਾਰਾਜ ਜੀ ਬੌੜੀ ਦਾ ਹੁਣ ਕਾੜ ਆ ਗਿਆ ਥੱਲੇ, ਬਹੁਤ ਪਥਰੀਲੀ ਧਰਤੀ ਹੈ, ਬੱਜਰੀ ਵਾਲੀ ਧਰਤੀ ਹੈ, ਕਾੜ ਟੁੱਟ ਨਹੀਂ ਰਿਹਾ। ਤਾਂ ਮਹਾਰਾਜ ਜੀ ਨੇ ਸੰਗਤ ਦੇ ਵਿੱਚ ਹੀ ਬੈਠਾ ਸੀ ਭਾਈ ਮਾਨਕ ਚੰਦ ਜੀ। ਭਾਈ ਮਾਨਕ ਚੰਦ ਜੀ ਵੱਲ ਨਿਗਾਹ ਕੀਤੀ ਤੇ ਮਹਾਰਾਜ ਜੀ ਭਾਈ ਮਾਨਕ ਚੰਦ ਜੀ ਨੂੰ ਕਹਿਣ ਲੱਗੇ ਆ ਕਿ ਮਾਨਕ ਚੰਦ, ਆਹ ਹਥੌੜਾ ਲੈ ਜਾ, ਸਾਡੇ ਕੋਲੋਂ ਵਦਾਨ ਲੈ ਜਾ ਕਰਕੇ ਬੌਲੀ ਦੇ ਵਿੱਚ ਜਿਹੜਾ ਕਾੜ ਹੈ ਨਾ, ਉਸ ਕਾੜ ਦੇ ਉੱਤੇ ਜਾ ਕਰਕੇ ਵਾਰ ਕਰਨਾ ਕਰ, ਉੱਤੇ ਮਾਰਨਾ ਕਰ, ਤੇ ਬੌਲੀ ਦਾ ਕਾੜ ਜਿਹੜਾ ਟੁੱਟ ਜਾਵੇਗਾ। ਭਾਈ ਮਾਨਕ ਚੰਦ ਜੀ ਉੱਠੇ ਆ, ਉੱਠ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਵਾਇਆ, ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ। ਭਾਈ ਮਾਨਕ ਚੰਦ ਜੀ ਕਹਿਣ ਲੱਗੇ, ਮਹਾਰਾਜ ਜੀ ਮੇਰੇ ਵਿੱਚ ਕੋਈ ਬਲ ਨਹੀਂ, ਆਪ ਜੀ ਨੇ ਕਿਰਪਾ ਕਰਨੀ, ਸਾਰੀ ਕਲਾ ਆਪ ਜੀ ਦੀ ਵਰਤਣੀ ਹੈ। ਕਿਉਂਕਿ ਭਾਈ ਮਾਨਕ ਚੰਦ ਜੀ ਬਹੁਤ ਭਾਵਨਾ ਵਾਲੇ, ਬੰਦਗੀ ਵਾਲੇ ਗੁਰਸਿੱਖ ਸਨ, ਗੁਰੂ ਮਹਾਰਾਜ ਤੇ ਸ਼ਰਧਾ ਰੱਖਣ ਵਾਲੇ। ਤੇ ਜਦੋਂ ਉਹਨਾਂ ਨੇ ਕਿਹਾ ਤੇ ਮਹਾਰਾਜ ਜੀ ਨੇ ਆਸ਼ੀਰਵਾਦ ਦਿੱਤਾ। ਭਾਈ ਮਾਨਕ ਚੰਦ ਜੀ ਉਹ ਵਦਾਨ ਲੈ ਕਰਕੇ ਬੌਲੀ ਦੇ ਵਿੱਚ ਗਏ ਤੇ ਬੜੀ ਹੀ ਜ਼ੋਰ ਦੇ ਨਾਲ ਮਹਾਰਾਜ ਜੀ ਨੂੰ ਚੇਤੇ ਕਰਦਿਆਂ ਹੋਇਆਂ ਉਹ ਬੱਜਰੀ ਦੀ ਜਿਹੜੀ ਧਰਤੀ ਸੀ, ਕੜ ਸੀ, ਉਹਦੇ ਉੱਤੇ ਵਦਾਨ ਦੇ ਨਾਲ, ਹਥੌੜੇ ਦੇ ਨਾਲ ਵਾਰ ਕਰਨ ਲੱਗੇ। ਵਾਰ ਕਰਦਿਆਂ ਕੀ ਹੋਇਆ ਕਿ ਉਹ ਕੜ ਟੁੱਟ ਗਿਆ, ਬੱਜਰੀ ਦੀ ਧਰਤੀ ਟੁੱਟ ਗਈ ਤੇ ਪਾਣੀ ਇੱਕਦਮ ਹੀ ਆ ਗਿਆ। ਜਦੋਂ ਇੱਕਦਮ ਆਇਆ, ਭਾਈ ਮਾਨਕ ਚੰਦ ਜੀ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਤੇ ਉਹ ਪਾਣੀ ਦੇ ਵਿੱਚ ਡੁੱਬ ਗਏ ਤੇ ਡੁੱਬ ਕੇ ਉੱਥੇ ਉਹਨਾਂ ਦੀ ਮੌਤ ਹੋ ਗਈ। ਜਦੋਂ ਮੌਤ ਹੋ ਗਈ, ਸਿੱਖਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਚੱਲੀ, ਸਿੱਖ ਖੁਸ਼ ਹੋ ਗਏ ਬਹੁਤ ਕਿ ਪਾਣੀ ਆ ਗਿਆ ਉੱਪਰ। ਭਾਈ ਮਾਨਕ ਚੰਦ ਦਾ ਚੇਤਾ ਹੀ ਭੁੱਲ ਗਿਆ। ਤੇ ਬਾਅਦ ਵਿੱਚ ਕਹਿੰਦੇ, ਕਈ ਵਿਦਵਾਨ ਇਹ ਕਹਿੰਦੇ ਕਿ ਭਾਈ ਮਾਨਕ ਚੰਦ ਜੀ ਦੇ ਮਾਤਾ ਜੀ ਆਏ ਤੇ ਮਾਤਾ ਜੀ ਨੇ ਆ ਕੇ ਪੁੱਛਿਆ ਕਿ ਮੇਰਾ ਪੁੱਤਰ ਜਿਹੜਾ ਸੀ ਇੱਥੇ ਮਾਨਕ ਚੰਦ, ਉਹ ਸੇਵਾ ਕਰਨ ਵਾਸਤੇ ਆਇਆ। ਤੇ ਮਹਾਰਾਜ ਜੀ ਪੁੱਛਦੇ ਨੇ ਉਹਦਾ ਨਾਂ ਕੀ ਹੈ? ਕਹਿਣ ਲੱਗੇ ਜੀ ਮਾਨਕ ਚੰਦ। ਤੇ ਮਹਾਰਾਜ ਕਹਿੰਦੇ ਜਿਹੜੇ ਮਾਨਕ ਹੁੰਦੇ ਨੇ ਨਾ, ਉਹ ਡੁੱਬਿਆ ਨਹੀਂ ਕਰਦੇ। ਸਿੱਖਾਂ ਨੇ ਵੀ ਜੋ ਆ ਕੇ ਕਿਹਾ ਕਿ ਮਹਾਰਾਜ ਜੀ ਸੱਚਮੁੱਚ ਹੀ ਮਾਨਕ ਚੰਦ ਡੁੱਬ ਗਿਆ, ਉਹਦਾ ਖੁਰਾ ਖੋਜ ਨਹੀਂ ਲੱਭਿਆ। ਤੇ ਮਹਾਰਾਜ ਜੀ ਕਹਿਣ ਲੱਗੇ ਨਹੀਂ, ਜਿਹੜੇ ਮਾਨਕ ਹੁੰਦੇ ਨੇ ਨਾ, ਉਹ ਕਦੇ ਡੁੱਬਿਆ ਨਹੀਂ ਕਰਦੇ, ਜਾਓ ਤੁਸੀਂ ਬੌਲੀ ਦੇ ਵਿੱਚ ਵੇਖੋ। ਤੇ ਜਦੋਂ ਜਾ ਕਰਕੇ ਵੇਖਿਆ, ਭਾਈ ਮਾਨਕ ਚੰਦ ਦਾ ਸਰੀਰ ਉੱਪਰ ਆਇਆ ਹੋਇਆ ਸੀ ਤੇ ਮਹਾਰਾਜ ਜੀ ਦੇ ਕੋਲ ਲੈ ਕਰਕੇ ਆਏ ਕੱਢ ਕੇ।
महाराज जी दे कोल लिया के लटा दिता। सतगुरां ने अपने सज्जे चरण का अंगूठा जिहड़ा सी उहदे शरीर दे नाल छुहाया ते वो इस तरह उठ के बैठ गया जिवें किते गूढ़ी नींद दे विच सुत्ता होवे। हुण महाराज जी ने देखियो, कई लोग कहंदे जी गुरु नानक साहब जी महाराज दे घर विच करामात नहीं हैगी। करामात नाल तां इह घर भरिया पिया, पर इत्थे करामात सिर्फ विखाई जाती है परमात्मा दे नाल जोड़न वास्ते, अपनी पूजा प्रतिष्ठा वास्ते नहीं। जे अपनी पूजा प्रतिष्ठा वास्ते करामात विखाउणी होवे तां फिर वो कहर दा ना। महाराज जी ने देखियो गुरु अर्जन देव जी महाराज सच्चे पातशाह जी का शहीदी दिहाड़ा, वो करामात विखा के अपना शरीर बचा सकते सी, पर अपने वास्ते नहीं, परमात्मा दी वडियाई नूं दुनिया विच प्रगट करन वास्ते गुरु नानक देव जी महाराज जी दे वडियाई नूं, गुरु नानक देव जी महाराज दे घर दी वडियाई नूं दुनिया च प्रगट करन वास्ते तत्ती तवी ते बैठ के करामात विखाई है कि जो कुछ भी है उहनूं सबर दे नाल धीरज दे नाल सहन कीता महाराज जी ने। तां ही किसी मनुख ने महाराज दी जदों यादगार बनी उत्थे शब्द लिखिया गुरु ग्रंथ साहिब जी महाराज दी बाणी दा, सुनी अरदास स्वामी मेरा सर्ब कला बणियाई, प्रगट भई सगले जुग अंतर गुरु नानक की वडियाई। कि कला वरतदी है, महाराज जी कहंदे करामात वरतदी है, गुरु घर दे विच वरतदी है। सतगुर मेरा मार्ज वल है, सतगुर मेरा सर्ब प्रतपल है। कि सतगुरु जी तां मरिया होइआं नूं जिउंदे कर दिंदे। सतगुरु जी दी वडियाई है, गुरु दी यह वडियाई है कि सतगुरु जिहड़ा है मरिया होइआं नूं ही जिउंदे कर दिंदा। भाई माणक चंद जी उठ के बैठ गए, महाराज जी ने बख्शिश की भाई माणक चंद नूं मंजी बख्शी। सिੱਖੀ दे प्रचार वास्ते गुरु अमरदास जी महाराज जी ने 22 प्रचारक थापे सी, 22 मंजियां थापियां अड अड देशां दे विच कह लईए स्टेटां दे विच सिੱਖਾਂ नूं भेजिया सिੱਖੀ दा प्रचार करन वास्ते। उस तो कहंदे जिहड़ी पहला मंजी सब तो मिली भाई मानक चंद जी नूं दित्ती गई। भाई मानक चंद जी नूं मंजी बख्श के महाराज जी ने सिੱਖੀ दा प्रचारक थापिया ते वो सिੱਖੀ दा प्रचार करदे रहे। भाई मानक चंद जी दा पिंड गोइंदवाल साहिब दे कोल वैरोवाल सी, ये वैरोवाल दे रहन वाले सन। उन्हां दी कुल दे विच ही जिहड़े ने संत बाबा हरनाम सिंह जी पातशाह चक्रवर्ती जी होए, जो जोगेवाल वाले महापुरुष जिन्हां दा सालाना जुड़ मेला पिछले दिनी लंघ करके गया, जिन्हां दी याद आपां इत्थे मना रहे हैं। उन्हां दी याद दे विच धुरकी बाणी दे सहज पाठां दे भोग पाए गए ने। उन्हां दे वड वडेरे सन भाई मानक चंद जी। ते भाई मानक चंद जी तो जिहड़ी ओह गद्दी चलदी आई ते उन्हां सिੱਖੀ दा प्रचार किया, पर उत्थे जिहड़ी है पीढ़ी दर पीढ़ी गद्दी नहीं मिलिया करदी सी। पर भाई मानक चंद जी वैरोवाल दे इलाके विच रहण वाले ते उत्थे महाराज जी ने इन्हां नूं फिर मर जीवड़े दा खिताब दिता सी। ते अज भी कहंदे वैरोवाल दे इलाके दे विच उन्हां दी अल है जिहड़ी जीवड़े पई हुई, जे उन्हां दी कुल है ना जिहड़ी उन्हां नूं जीवड़े कहा जांदा। ते महाराज जी ने उत्थे बाणी दे अंदर शब्द भी उचारण कीता सी। संत ज्ञानी गुरबचन सिंह जी खालसा भिंडरां वाले महापुरुष जदों कथा करदे, जिन्हां ने बाबा हरनाम सिंह जी नूं पातशाह दा नाम भी दिता, ਉਹ ਇਹ बचन करते ने जो वडहंस की वार की कथा करते आ, ਉਹਦੇ ਵਿੱਚ बचन आउंदे ने। एक शब्द आउंदा भगत करहै मर जीवड़े, गुरमुख सदा सच्ची भगत होए। कि गुरमुख जिहड़े ने सदा भगती करते ने गुरु की किरपा दे नाल। ते भगती करन वाला किहड़ा हुंदा, मरजीवड़ा हुंदा। ते महाराज जी ने उत्थे ये शब्द उचारण कीता सी भाई मानक चंद दे परथाए, तां महाराज जी ने उन्हां नूं मरजीवड़े की पदवी दित्ती ते वो सिੱਖੀ दा प्रचार करते रहे। उन्हां दे विच ही अगे चल करके इत्थों कहंदे वैरोवाल तो परिवार जिहड़ा सी अगे चलदियां होईयां सुल्तानपुर जिहड़ा सी जलालाबाद पाकिस्तान दे विच काबल कंधार दे कोल, उत्थे जलालाबाद दे विच चले गए इन्हां दे वड्डे वडेरे बाबा प्रेम सिंह जी, जो बाबा हरनाम सिंह जी पातशाह जी दे पिता सन। ये भाई मानक चंद जी की कुल विचों होए बाबा प्रेम सिंह जी। बाबा प्रेम सिंह जी बड़ी बंदगी वाले रूह वाले बंदगी करन वाली रूह सी, बहुत सिमरन भजन सी उन्हां दा जिहड़ा आनंद कारज है माता भाग भरी दे नाल होया। ते परमात्मा ने किरपा की उन्हां दे घरे बाबा हरनाम सिंह जी का जिहड़ा सी जन्म होया। महाराज जी दे हुक्मनामे तो महापुरुषां दा नाम हरनाम सिंह रखिया गया। बचपन दे विच इन्हां दे थोड़ा ही समा होया, बचपन दे विच इन्हां दे पिता जी चढ़ाई कर गए। फिर यह कहंदे अपने नाने दे पास
पेशावर आ गए। माता जी भी नाल आ गए। पेशावर ही रहिंदे रहे। बाबा सुच्चा सिंह जी इन्हां दे नाना जी दा नाम सी ते इन्हां दे मामा जी दा नाम सी जगत सिंह। ते ये अपने नानके रहन लग पे पेशावर। तकरीबन 12 साल इन्हां ने उत्थे रह करके गुरु घर दे विचों गुरबाणी दी संथया कीती, सेवा भी करते रहे, सिमरन भी करते रहे। छोटी उम्र दे विच इन्हां दी लगन सी जिहड़ी परमात्मा दे नाल लग गई। ते इस तरह बड़ियां वड्डियां इन्हां ने सेवावां कीतियां परिवार दे विच रह करके भी। ते फिर हौली हौली जदों ये अमृतसर साहब आ गए, अकाल तख्त साहब आ करके इन्हां ने पंजां प्यारियां दी सेवा संभाली। पंजां प्यारियां दे विच अमृत छकाउण दी सेवा भी करते रहे। बाबा अटल राय ग्रंथी सिंह दी ड्यूटी भी कीती। गुरु के बाग का मोर्चा लगा, उस मोर्चे दे जो गिरफ्तारी भी दी महापुरुषों ने। पहला श्री अमृतसर साहब रखिया गया, फिर इन्हों इत्थों मिंट गुमरी लै गए, फिर मुल्तान लै गए। कई महीने जिहड़ा सी ये जेल दे विच रहे महापुरुष। ते जदों ये गुरु के बाग का मोर्चा जिहड़ा सी फतेह होया, जितया गया, तो सारे जिन्ने भी कैदी बनाए गए सन, जेल विच पाए गए सिख सन, सारियां नूं छड्ड दिता। पर बाबा हरनाम सिंह जी ते उन्हां दे जिहड़े उत्थे साथी सन, उन्हां ने यह गल कही कि जिन्ना चिर कोई अकाल तख्त साहब तो आ करके सानू नहीं दसदा असीं नहीं जावांगे। फिर कहंदे भाई दलीप सिंह जी ते होर जिहड़े गुरमुख प्यारे सन अकाल तख्त साहब तो आए, आके सारे सिंघां नूं बेनती कीती कि अकाल तख्त साहब वल्लों ये हुक्म जारी हो गया कि मोर्चा समाप्त हो चुका है, मोर्चा जित्तिया जा चुका है, इस करके तुसीं इत्थे हुण जेलां नूं छड्ड के अपने घरां नूं चले जाओ। तो इस तरह फिर बाबा हरनाम सिंह जी उत्थों फिर जिहड़े सी जलालाबाद अपने नगर चले गए। कुछ समा उत्थे रहे, फिर पेशावर आ गए, अपने नानके परिवार दे विच रहे। फिर इन्हां नूं कहंदे उत्थों ही सन्मान भी मिलिया सी अकाल तख्त साहब तो। फिर अकाल तख्त साहब तो ही फिर चिट्ठी गई कि बाबा जी तुसीं पहला मोर्चे तो पहला उत्थे सेवा करदे सी, निष्काम सेवा करया करदे सी, कोई माया नहीं लैंदे सी, निष्काम सेवा श्री अकाल तख्त साहब करते रहे। फिर इन्हों चिट्ठी कही गई कि बाबा जी तुसीं पहला भी निष्काम सेवा करते रहे हो श्री अकाल तख्त साहब, हुण तुहानूं फिर असीं सददे हां, तुसीं आ करके इत्थे सेवा करो। तो फिर बाबा जी अकाल तख्त साहब आ करके सेवा करन लगे। तो उत्थे ही महापुरुषां ने संत अमीर सिंह जी जिहड़े महापुरुष सन, ज्ञानी भाई मणि सिंह जी ज्ञानियां दी टकसाल दे विचों जिहड़े मुखी सन सत्तो वाली गली वाले, उन्हां दे पासों इन्हां ने फिर 4 कथा गुरु ग्रंथ साहब जी महाराज दियां सरवण कीतियां महापुरुषां ने। सवेर दे समय वो कथा करिया करदे। देखियो संत बाबा अमीर सिंह जी जिहड़े सन, उन्हां ने अपनी जिंदगी दे विच 60 कथा गुरु ग्रंथ साहब जी महाराज दियां कीतियां, संपूर्ण कथा। ते उन्हां महापुरुषां दे पासों ही 4 कथा गुरु ग्रंथ साहब जी महाराज जी दियां सुनियां। अमृत वेले जा करके उन्हां कोलों कथा सुनिया करदे, फिर अकाल तख्त साहब आके सेवा करया करदे। ते शामां दे समय सरोवर की परिक्रमा दे विच कहंदे कथा होया करदी सी इतिहास दी। ते ज्ञानी राम सिंह जी बड़े विद्वान सन महापुरुष, उदों वो कथा करया करदे। ते उन्हां दे पासों कहंदे इतिहास दीयां कथा महापुरुषां ने संत बाबा हरनाम सिंह जी पातशाह जी ने सुनना कीतियां। इस तरह इन्हां दा गुरबाणी नाल बड़ा प्यार, शरधा भावना, गुरबाणी दे उत्ते विश्वास सी। उन्हां दे अंदर बड़ी लगन सी सेवा करन दी, बड़ा ही प्यार सी। ते इस तरह इन्हां ने गुरबाणी दीयां कथा सरवण कीतियां। फिर महापुरुषां दे नाल मिलाप होया। संत ज्ञानी गुरबचन सिंह जी खालसा भिंडरां वाले महापुरुष उन्हां दे जत्थे विच आ गए। उन्हां दे जत्थे विच आ करके भी गुरबाण बेनती करके महापुरुषां नूं कि महापुरुषो मैं भी आप जी दे पासों कथा सरवण करनी चाहुंदा, गुरबाणी दे अर्थ पढ़ने चाहुंदा हां, ते मेरे ते भी किरपा करो, अपने जत्थे विच मैनूं रख करके बाणी दे अर्थ पढ़ाओ। ते महापुरुषां दे जीवन विच लिखिया कि जिवें महापुरुषां दा मिलाप संतां दे नाल होया, बड़े प्यार नाल मिले, ते ऐ लगदा सी कि जिवें पिछले जन्मां दा कोई इन्हां दा नाता होवे, कोई संजोग होवे। बड़े ही प्यार दे नाल फिर जत्थे दे विच रहन लग पए। जत्थे विच रहिंदिआं इन्हां ने महापुरुषां दे कोलों विद्या पढ़ी, संथया कीती, ते नाल ही दसम दी संथया दे भी कीती। होर भी जिहड़े ग्रंथ सन इतिहास दे भी, ते नाल ही वेदांत दे ग्रंथां दे भी पढ़ना कीता। महापुरुष जिथे आप विद्या पढ़दे, फिर होरनां नूं भी नाल विद्या दी दात वंडिया करदे। फिर महापुरुष जदों भिंडर कलां संत ज्ञानी गुरबचन सिंह जी रिहा करदे, उत्थे बाबा हरनाम सिंह जी की ड्यूटी लांगरी सिंह की कह लीए कुठारी की लग गई।
ਜੋ ਸਾਰੇ ਸਮਾਨ ਦੀ ਜੋ ਰਸਦਾਂ ਬਸਦਾਂ ਆਉਂਦੀਆਂ ਸੀ ਉਹਨੂੰ ਸੰਭਾਲਿਆ ਕਰਦੇ। ਅੱਜ ਵੀ ਜਿਹੜੇ ਜੱਥਿਆਂ ਦੇ ਵਿੱਚ ਜਿਵੇਂ ਟਕਸਾਲ ਦੇ ਜਿਹੜੇ ਜੱਥੇ ਚੱਲਦੇ ਨੇ ਉਹਦੇ ਵਿੱਚ ਜਿਹੜਾ ਲੰਗਰ ਦਾ ਪ੍ਰਬੰਧ ਸੰਭਾਲਣ ਵਾਲਾ ਬੰਦਾ ਹੁੰਦਾ ਨਾ, ਸਿੰਘ ਹੁੰਦਾ, ਉਹਨੂੰ ਕੁਠਾਰੀ ਕਿਹਾ ਜਾਂਦਾ ਕਿ ਉਹ ਹੀ ਸਾਰੀਆਂ ਰਸਤਾਂ ਬਸਤਾਂ ਆਪਣੇ ਕੋਲ ਸੰਗਤਾਂ ਦੀਆਂ ਰੱਖਦਾ, ਹਿਸਾਬ ਕਿਤਾਬ ਰੱਖਦਾ ਤੇ ਲੰਗਰ ਦੇ ਵਿੱਚੋਂ ਹੀ ਸਿੰਘਾਂ ਦੇ ਵਾਸਤੇ ਅੱਜ ਕੀ ਬਣਾਉਣਾ ਉਹਦੇ ਵਾਸਤੇ ਸਾਰਾ ਉਹ ਪ੍ਰਬੰਧ ਕਰਕੇ ਰੱਖਦਾ, ਉਹਨੂੰ ਕੁਠਾਰੀ ਕਿਹਾ ਜਾਂਦਾ। ਤੇ ਬਾਬਾ ਹਰਨਾਮ ਸਿੰਘ ਜੀ ਭਿੰਡਰ ਕਲਾਂ ਕੁਠਾਰੀ ਸਨ। ਕਹਿੰਦੇ ਇਹ ਸੇਵਾ ਬੜੀ ਭਾਵਨਾ ਨਾਲ ਕਰਦੇ, ਕਿਸੇ ਨਾਲ ਵੀ ਊਚ ਨੀਚ ਨਹੀਂ ਕਰਿਆ ਕਰਦੇ ਸੀ ਤੇ ਗਰੀਬਾਂ ਦਾ ਵੀ ਭਲਾ ਕਰਦੇ, ਲੋੜਵੰਦ ਦੀ ਲੋੜ ਪੂਰੀ ਕਰਦੇ। ਜੇ ਕੋਈ ਲੋੜਵੰਦ ਆ ਜਾਂਦਾ, ਸਰੀਰ ਦਾ ਰੋਗੀ ਆ ਜਾਂਦਾ, ਉਹਨੂੰ ਦਵਾਈ ਬੂਟੀ ਵੀ ਲੈ ਕੇ ਦਿਆ ਕਰਦੇ। ਫਿਰ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਨਗਰ ਦੇ ਵਿੱਚੋਂ ਹੀ ਕੋਈ ਮਨੁੱਖ ਆਇਆ, ਉਹ ਆ ਕੇ ਬੇਨਤੀ ਕਰਦਾ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ, ਮੇਰੇ ਲੜਕੀ ਦਾ ਵਿਆਹ ਰੱਖਿਆ ਹੋਇਆ ਮੈਂ, ਪਰ ਮੇਰੇ ਕੋਲੇ ਕੋਈ ਇੰਨਾ ਪ੍ਰਬੰਧ ਨਹੀਂ ਹੈਗਾ, ਤੁਸੀਂ ਕਿਰਪਾ ਕਰੋ। ਤੇ ਬਾਬਾ ਹਰਨਾਮ ਸਿੰਘ ਜੀ ਨੇ ਜੋ ਲੰਗਰ ਦੇ ਵਿੱਚ ਰਸਦ ਬਸਦ ਪਈ ਹੋਈ ਸੀ ਸਾਰੀ ਉਹਨੂੰ ਚੁਕਾ ਦਿੱਤੀ ਕਿ ਭਾਈ ਤੂੰ ਇਹ ਲੈ ਜਾ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਤਾਂ ਹੋਰ ਆ ਜਾਣੀਆਂ ਨੇ ਰਸਤਾਂ ਬਸਤਾਂ, ਵੀ ਤੇਰੀ ਲੋੜ ਪੂਰੀ ਹੋਣੀ ਚਾਹੀਦੀ, ਤੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਆਇਆ। ਕਹਿੰਦੇ ਜਦੋਂ ਕਿਸੇ ਸਿੰਘ ਨੇ ਜਾ ਕੇ ਬਾਬਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਦੱਸਿਆ ਨਾ ਕਿ ਮਹਾਂਪੁਰਸ਼ੋ ਅੱਜ ਹਰਨਾਮ ਸਿੰਘ ਜੋ ਚੱਕਰਵਰਤੀ, ਕਿਉਂਕਿ ਪਹਿਲਾਂ ਇਹ ਬੜੇ ਚੱਕਰਵਰਤੀ ਰਹੇ, ਹਜੂਰ ਸਾਹਿਬ ਦੀਆਂ ਬੜੀਆਂ ਯਾਤਰਾਵਾਂ ਇਹਨਾਂ ਨੇ ਕੀਤੀਆਂ, ਪੈਦਲ ਵੀ ਤੇ ਨਾਲ ਸੰਗਤਾਂ ਨੂੰ ਲਿਜਾ ਕਰਕੇ ਯਾਤਰਾ ਕਰਦੇ ਰਹੇ, ਕਈ ਸਥਾਨਾਂ ਤੇ ਗਏ, ਸਿਮਰਨ ਅਭਿਆਸ ਵੀ ਕਰਦੇ ਰਹੇ ਜਾ ਕਰਕੇ। ਉਦੋਂ ਇਹਨਾਂ ਦਾ ਨਾਂ ਚੱਕਰਵਰਤੀ ਪੈ ਗਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਜੋ ਗੁਰਮੁਖ ਪ੍ਰਕਾਸ਼ ਗ੍ਰੰਥ ਲਿਖਿਆ ਉਹਦੇ ਵਿੱਚ ਮਹਾਂਪੁਰਸ਼ਾਂ ਨੂੰ ਹਰਨਾਮ ਸਿੰਘ ਚੱਕਰਵਰਤੀ ਲਿਖਿਆ ਤੇ ਨਾਲ ਪਾਤਸ਼ਾਹ ਸ਼ਬਦ ਵੀ ਲਿਖਿਆ ਹੋਇਆ। ਤੇ ਮਹਾਂਪੁਰਸ਼ਾਂ ਨੂੰ ਜਾ ਕੇ ਜਦੋਂ ਕਿਸੇ ਸਿੰਘ ਨੇ ਦੱਸਿਆ ਕਿ ਮਹਾਂਪੁਰਸ਼ੋ ਕਿ ਹਰਨਾਮ ਸਿੰਘ ਨੇ ਅੱਜ ਲੰਗਰ ਵਿੱਚ ਜਿੰਨਾ ਰਸਦ ਪਾਣੀ ਪਿਆ ਸੀ ਉਹ ਸਾਰੇ ਹੀ ਚੁਕਾ ਦਿੱਤਾ ਇਸ ਕਿਸੇ ਗਰੀਬ ਸਿੱਖ ਨੂੰ, ਤਾਂ ਮਹਾਂਪੁਰਸ਼ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਤੇ ਜਿਹੜੇ ਹਰਨਾਮ ਸਿੰਘ ਆ ਉਹ ਪਾਤਸ਼ਾਹ ਹੈ, ਉਹਨਾਂ ਦਾ ਸੁਭਾਅ ਜਿਹੜਾ ਦਇਆ ਵਾਲਾ ਪਾਤਸ਼ਾਹਾਂ ਵਾਲਾ ਸੁਭਾਅ ਹੈ, ਉਹ ਪਾਤਸ਼ਾਹ ਹੀ ਨੇ। ਉਦੋਂ ਤੋਂ ਹੀ ਇਹਨਾਂ ਦੇ ਨਾਮ ਦੇ ਨਾਲ ਪਾਤਸ਼ਾਹ ਜਿਹੜਾ ਤਖੱਲਸ ਸੀ ਉਹ ਲੱਗ ਗਿਆ। ਤਾਂ ਹੀ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੋਗੇਵਾਲ ਵਾਲੇ ਮਹਾਂਪੁਰਸ਼, ਜੋਗੇਵਾਲ ਵਾਲੇ ਮਹਾਂਪੁਰਸ਼ ਉਹਨਾਂ ਨੂੰ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਦੇਖਿਓ ਬੜੀਆਂ ਸੇਵਾਵਾਂ ਕੀਤੀਆਂ। ਪਹਿਲਾਂ ਭਿੰਡਰਾਂ ਹੀ ਸੇਵਾ ਕਰਦੇ ਰਹੇ, ਫਿਰ ਮਹਾਂਪੁਰਸ਼ਾਂ ਨੇ ਭਿੰਡਰਾਂ ਤੋਂ ਆ ਕਰਕੇ ਮਨਾਵੇ ਵੀ ਸੇਵਾ ਕੀਤੀ। ਮਨਾਵੇ 32 ਕੁ ਸਾਲ ਦਾ ਸਮਾਂ ਜਿਹੜਾ ਸੀ, 6ਵੇਂ ਪਾਤਸ਼ਾਹ ਦਾ ਸਥਾਨ ਹੈ ਗੁਰੂਸਰ ਸਾਹਿਬ, ਉੱਥੇ ਰਹਿ ਕਰਕੇ ਵਿਦਿਆ ਪੜ੍ਹਾਉਂਦੇ ਰਹੇ ਬੱਚਿਆਂ ਨੂੰ। ਉਹਨਾਂ ਕੋਲੇ 40-45 ਵਿਦਿਆਰਥੀ ਜਿਹੜੇ ਪੜ੍ਹਿਆ ਕਰਦੇ ਤੇ ਬੜੀ ਹੀ ਵਿਦਿਆ ਪੜ੍ਹਾਈ, ਆਪਣੇ ਕੋਲੋਂ ਹੀ ਸਾਰਾ ਵਸਤਰ ਪਾਣੀ ਦਾ ਵੀ ਪ੍ਰਬੰਧ ਕਰਕੇ ਦੇਣਾ। ਫਿਰ ਉਸ ਤੋਂ ਬਾਅਦ ਭਿੰਡਰੀ ਫਿਰ ਚਲੇ ਗਏ ਸੀ ਮਹਾਂਪੁਰਸ਼, ਮਨਾਵੇ ਤੋਂ ਬਾਅਦ ਭਿੰਡਰੀ ਗਏ ਦੁਬਾਰਾ। ਭਿੰਡਰੀ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਸਰੀਰ ਛੱਡ ਗਏ, ਸੱਚਖੰਡ ਚਲੇ ਗਏ ਤੇ ਉਹਨਾਂ ਦੀ ਥਾਂ ਦੇ ਉੱਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਬਣੇ। ਇੱਧਰ ਭਿੰਡਰਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਗਿਆਨੀ ਮੋਹਨ ਸਿੰਘ ਜੀ ਉਹਨਾਂ ਕੋਲੇ ਆ ਗਈ ਤੇ ਉਦੋਂ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਜਿਹੜੇ ਸਨ ਉਹ ਖੋਸੇ ਕੋਟਲੇ ਆ ਗਏ। ਖੋਸੇ ਕੋਟਲੇ ਕੋਈ ਸਮਾਂ ਰਹੇ, ਉਸ ਤੋਂ ਬਾਅਦ ਇੱਥੇ ਬਿਮਾਰ ਹੋ ਗਏ, ਇਹਨਾਂ ਨੂੰ ਮੋਗੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਹਾਂਪੁਰਸ਼ਾਂ ਨੂੰ। ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਪਤਾ ਲੱਗਾ, ਉਹ ਕਹਿੰਦੇ ਟਾਂਡੇ ਦੇ ਵੱਲੀ ਕਿਤੇ ਕਥਾ ਦਾ ਪ੍ਰੋਗਰਾਮ ਸੀ, ਸੰਤਾਂ ਨੂੰ ਪਤਾ ਲੱਗਾ, ਪ੍ਰੋਗਰਾਮ ਕਿਸੇ ਵਿੱਚ ਹੀ ਛੱਡ ਕੇ ਕਿਸੇ ਸਿੰਘ ਦੀ ਡਿਊਟੀ ਲਾ ਕੇ ਕਿ ਭਾਈ ਤੁਸੀਂ ਇੱਥੇ ਕਥਾ ਕਰਨੀ ਹੈ ਤੇ ਅਸੀਂ ਮਹਾਂਪੁਰਸ਼ਾਂ ਦੇ ਕੋਲ ਜਾਣਾ, ਪਾਤਸ਼ਾਹ ਜੀ ਦਾ ਪਤਾ ਲੈਣ ਜਾਣਾ। ਤੇ ਪਾਤਸ਼ਾਹ ਜੀ ਦਾ ਪਤਾ ਲੈਣ ਜਦੋਂ ਮੋਗੇ ਆਏ ਤੇ ਮੋਗੇ ਤੋਂ ਹੀ ਕਹਿੰਦੇ ਉਹਨਾਂ ਨੂੰ ਤਰਨ ਤਾਰਨ ਲੈ ਗਏ ਸੀ। ਤਰਨ ਤਾਰਨ ਇੱਕ ਡਾਕਟਰ ਸੀ ਬਹੁਤ ਵਧੀਆ, ਉਹਦੇ ਕੋਲੇ ਲੈ ਗਏ ਮਹਾਂਪੁਰਸ਼। ਉੱਥੋਂ ਚੱਲ ਕੇ ਤਰਨ ਤਾਰਨ ਸਾਹਿਬ ਗਏ। ਤਰਨ ਤਾਰਨ ਜਾ ਕੇ ਮਹਾਂਪੁਰਸ਼ਾਂ ਦਾ ਹਾਲ ਚਾਲ ਪੁੱਛਿਆ, ਬਚਨ ਬਿਲਾਸ ਹੋਏ ਤੇ ਉੱਥੇ ਹੀ ਕਹਿੰਦੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਕਿ ਤੁਹਾਡੇ ਤੋਂ ਮਗਰੋਂ ਜਿਹੜਾ ਆਵੇਗਾ ਨਾ ਉਹ ਇਦੋਂ ਵੀ ਜ਼ੋਰਾਵਰ ਆ ਰਿਹਾ, ਸਮਾਂ ਬਸ ਥੋੜਾ ਹੀ ਹੈ। ਤੇ ਕਹਿੰਦੇ ਨੇ ਸਾਡੇ ਸਿੰਘ ਦੱਸਿਆ ਕਰਦੇ ਕਿ ਉਦੋਂ ਥੋੜੇ ਚਿਰ ਬਾਅਦ ਹੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣੇ। ਤੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਵਾਕਈ ਜ਼ੋਰਾਵਰ ਸਨ। ਜਰਨੈਲ ਸਿੰਘ ਉਹ ਪਾਤਸ਼ਾਹ ਜੀ ਨਾਲ ਬੜਾ ਪ੍ਰੇਮ ਸੀ, ਸੰਤ ਕਰਤਾਰ ਸਿੰਘ ਜੀ ਦਾ ਵੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਵੀ ਤੇ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਵੀ। ਬਾਬਾ ਠਾਕੁਰ ਸਿੰਘ ਜੀ ਮਨਾਵੇਂ ਵੀ ਬਹੁਤ ਵਾਰੀ ਆਇਆ ਕਰਦੇ ਸਨ। ਤਾਂ ਇੱਕ ਬਚਨ ਜਿਹੜਾ ਮਹਾਂਪੁਰਸ਼ਾਂ ਦਾ ਜੀਵਨ ਜਿਹੜਾ ਇਸ ਸਾਲਾਨਾ ਜੋੜ ਮੇਲੇ ਤੇ ਜੋਗੇ ਵਾਲੇ ਰਿਲੀਜ਼ ਕੀਤਾ ਗਿਆ, ਸੰਗਤਾਂ ਨੂੰ ਭੇਟ ਕੀਤਾ ਗਿਆ, ਉਹਦੇ ਵਿੱਚ ਇਹ ਬਚਨ ਲਿਖਿਆ
कि बाबा ठाकुर सिंह जी ने अपने मूही ये बचन भाई सुरजीत सिंह नूं सुनाया सी। कहंदे जदों तुसीं महापुरुषां दा जीवन लिखिया ना तो ये बचन जरूर लिखियो। बाबा ठाकुर सिंह जी कहंदे असीं मनावे गए बाबा हरनाम सिंह जी पातशाह जी नूं मिलण वास्ते, तो जदों कहंदे जा करके मिले तो बाबा हरनाम सिंह जी कहण लगे ठाकुर सिंह अज शहीद सिंह आए सी सानू लैण वास्ते, कहण लगे कि तुहाडा समा पूरा हो गया ते चलो साडे नाल। ते बाबा हरनाम सिंह जी पातशाह जी कहंदे ठाकुर सिंह नूं कि मैं उन्हां नूं कहा कि मैं तां हजे होर विद्या पढ़ाउणी आ, बच्चिआं नूं संथਿਆ कराउणी, मैं हजे नहीं जाना। ते कहंदे शहीद सिंह वापस चले गए, मैनूं समा दे दित्ता विद्या पढ़ाउण दा। इस तरह महापुरुष जिहड़े असीं दस्सिया करदे कि उन्होंने शहीदां सिंघां ने लैण वास्ते आए, पर शहीद सिंह भी जिहड़े सी चले गए कि विद्या दा इन्हां ने हजे होर विद्या पढ़ाउणी है। उन्हां दे बड़े विद्यार्थी उन्होंने पढ़ाए। संत बाबा तेजा सिंह जी महरों वाले जिन्हां ने दसम की संथਿਆ पढ़ी ते आदि की संथਿਆ भी की, उन्होंने भी पढ़ाया। बहुत विद्यार्थी जिहड़े पढ़ा करके उन्होंने अखंड पाठी बनाए, बड़ी विद्या का प्रचार किया महापुरुषों ने। फिर काफ़ी समा कोसे कोटले रहन तो उपरंत बीमार जो होए, फिर भाई अमरीक सिंह जी टिंडवां वाले वो बेनती करके महापुरुषों नूं जिहड़े सी जोगे वाल लै आए। जोगे वाले महापुरुष रहिंदे रहे तां जदों इन्हां दे उमर वधन की भी एक जिहड़ी घटना है वो भी जीवन विच लिखी है। ते संत बाबा बलदेव सिंह जी जो जोगेवाल महापुरुष हुण इस समय हन महापुरुषां पातशाह जी के स्थान ते बैठे ने, उन्होंने भी दास नूं ये बचन सुनाया सी। एक बार दास दे मन की इच्छा बनी सी कि जीवन दे विच बड़ियां गलतियां हुंदियां ने, पता नहीं जिवें महाराज बाणी अंदर कहिंदे ना अजो सुनाओ समुंदर मैं क्या जानना क्या होए, कि ये जिहड़ा जीवन है साडा समुंदर दे विच तैरदे पए आ, पता नहीं किदों डोल जाना है, कि पता नहीं सिरे लगना कि नहीं लगना, ये महाराज नूं पता। ते मन विच विचार आई कि जीवन पता नहीं किते व्यर्थ ही ना चला जावे। ते मन विच विचार करके मैं बाबा बलदेव सिंह जी महापुरुषां नूं बेनती की कि महापुरुषो मैं आप जी नाल एक बेनती करनी है, बचन करना। मेरा मन करदा कि मैं एक अरदास कर देवां ते अपनी उम्र देनी चाहुंदा। मैं महापुरुषों नूं मैं कहा कि मैं अपनी उम्र देनी चाहुंदा। कहण लगे तू किहनूं देनी उम्र? मैं बाबा जी आप जी नूं मैं अपनी उम्र देनी चाहुंदा कि तुसीं बाणी पढ़दे हो, ਸਿੰਘਾਂ नूं संथਿਆ कराउंदे हो, ते मैं अरदास कर देवां महाराज दे चरनां विच कि मेरी उम्र तुहानूं लग जावे। ते नाल मैं बाबा ठाकुर सिंह जी, संत बाबा जरनैल सिंह जी, तिन्हां महापुरुषां नूं अपनी उम्र देनी चाहुंदा भी जिहड़ी मेरी रहिंदी उम्र है ना वो सारी उम्र ही तुहानूं लग जावे। तां महापुरुषां ने उदों मैनूं दास नूं ये बचन सुनाया। कहण लगे कि पातशाह जी नूं भी इस तरह उम्र दे दित्ती सी। कहण लगे कि पातशाह जी दे मामा जी सी, मामा जी दा नाम सी जगत सिंह। कहंदे मामा जी नूं जदों पता लगा ना 40 साल बाद अपने परिवार नूं मिले सी बाबा हरनाम सिंह जी पातशाह जी, ते मामा जी बड़े खुश होए सी। पर जदों उन्हां नूं पता लगा कि पातशाह जी हुण बीमार ने तां उन्हां ने उन्हां दे घर दे विच गुरु ग्रंथ साहिब जी महाराज दा प्रकाश हुंदा सी, महीने विच एक सहज पाठ दा भोग पाया करदे सी। ते ओह नाल अपने परिवार नूं लैके ना ते गुरु ग्रंथ साहिब जी महाराज दे कमरे विच गए ते जाके अरदास कीती। देखो अरदास दे विच किड्डी वड्डी शक्ति। तां ही देखियो इत्थे महापुरुष हर ऐतवार अरदास करदे आ कि असीं भावना दे नाल जदों गुरु चरणां विच आवांगे ना ते गुरु महाराज जी साडी अरदास बेनती सुणदे आ। ये साडी भावना होनी चाहिए, महाराज सुनते ने। मामा जी ने अरदास की, मामा जगत सिंह जी ने कि हे गुरु ग्रंथ साहिब जी महाराज सच्चे पातशाह तुसी मेरी जिहड़ी उम्र 10 साल उम्र है ना जिहड़ी वो पातशाह जी नूं ला दिओ, उन्हां नूं दे दिओ मेरे 10 साल मेरे जीवन दे विचों। ते कहंदे अरदास करके परिक्रमा करके बाहर आके परिवार नूं कहंदे कि बाबा जी नूं हुण कुछ नहीं होवेगा। इन्ना विश्वास सी गुरु ग्रंथ साहिब ते इधर जदों कहंदे पातशाह जी एकदम ढिले हो गए सी ते बोलणों भी हट गए, साह भी रुक गए, पर थोड़े चिर बाद ही कहंदे बोलन लग पे। तां उत्थे उन्हां ने फिर वचन कीता कि मैं हजे नहीं गया, मैनूं मेरे मामा जी ने 10 साल उम्र दे दित्ती, मैं 10 साल होर संसार च रवांगा। उस तो बाद महापुरुष 10 साल होर संसार दे विच रहे, जोगे वाले रह करके महापुरुषां ने सिੱਖੀ दा प्रचार कीता। फिर पढ़ाउंदे रहे बहुत विद्यार्थियों नूं, अमृत संचार भी उन्होंने किए, यात्रावां ते भी गए, जिन्ने भी कोई मोर्चे लगते रहे उन्होंने मोर्चों के भी हिस्सा रहा। जो धर्म युद्ध मोर्चा संत बाबा जरनैल सिंह जी खालसा भिंडरां वालियां ने शुरू किया, उहदे विच भी महापुरुष सिंह भेजते रहे गिरफ्तारियां देने वास्ते, संगत दे विचों भी प्रेर करके संगतां नूं भेजते रहे महापुरुष। इस तरह उन्होंने विद्या पढ़ाई। ते जदों 8 जेठ 1983 दे विच
महापुरुष जिहड़े सी शरीर जिहड़े सी महापुरुष कुछ ढिले होए, फिर उन्होंने अपना शरीर सी जिहड़ा छड्ड दिता। महापुरुष जिहड़े सी अकाल चलाना कर गए। 8 जेठ उस दिन 22 मई सी, 8 जेठ सी। 8 जेठ के हिसाब के नाल ही दिन मनाया जाता। कई बार 8 जेठ जिहड़ा 21 मई नूं आ जाता ते कई बार वो 22 मई नूं आ जाता। पर पुरातन तरीक जिहड़ी देसी तरीक 8 जेठ है 1983 ਦੇ महापुरुषों ने शरीर छड्डिया। फिर जो महापुरुषों के शरीर छड्डण का पता लगा, संत बाबा जरनैल सिंह जी ने भी बाबा ठाकुर सिंह जी नूं भेजिया। होर भी इलाके के महापुरुष जिहड़े सी आए, सारे पहुंचे उत्थे। तां उन्हां महापुरुषों का संस्कार जिहड़ा सी महापुरुषों के शरीर दे दर्शन कराउण वास्ते पहलां रखिया गया। फिर जिथे हुण आपां जोगे वाले ज्योति स्वरूप गुरुद्वारा साहब के अंदर पालकी साहब जिथे महाराज जी का प्रकाश हुंदा, वो जिहड़ा स्थान है वो महापुरुषों का अंगीठा है। उत्थे महापुरुषों के शरीर का संस्कार होया ते उत्थे ही महापुरुषों के शरीर नूं संस्कार तो उपरंत अकोतरी जिहड़ा सी समागम शुरू किया गया। अकोतरी हुई अखंड पाठां दी ते 10,000 रुपया जिहड़ा है संत बाबा जरनैल सिंह जी खालसा भिंडरां वाले महापुरुषों ने भेजिया। देखो उस समय दे विच जो लाखां रुपया बन जाता उस समय का, बड़ी कीमत सी उदों 10,000 रुपए की। अकोतरी संपूर्ण हुई। भोग वाले दिन जो दस्तार देने की गल आई तो बाबा फूला सिंह जी हुंदे सन। एक दास ने उन्होंने दर्शन किए ते दास ने उन्होंने कोई सेवा भी की। मेरे हत्थां दे विच ही बाबा फूला सिंह जी चढ़ाई की, क्योंकि जो बीमार हो गए सन उन्होंने लुधियाने दाखिल करवाया गया। ते मैं दास ते मेरे नाल मेरे पिंड दे एक सिंह सी भाई बलजिंदर सिंह, साडी दोवां दी ड्यूटी महापुरुषां ने बाबा फूला सिंह जी दे नाल लाई सी कि तुसीं लुधियाने इन्हां हस्पताल दे विच इन्हां दे कोल रहना। एक रात असीं उन्हां दे कोल रहे सी। फिर वो एक रात ही उत्थे दूसरे दिन वो चढ़ाई कर गए सी ते महापुरुष बाबा फूला सिंह जी ने दास दे हत्थां दे विच चढ़ाई कीती सी। वो बाबा फूला सिंह जी नूं पुछिया सिंघां ने, क्योंकि महापुरुषों के पुरातन सिंह सी, कि महापुरुषों ने आपां दस्तार किहनूं दईए, अगे जिम्मेवारी किहनूं दित्ती जावे। तो महापुरुष कहन लगे बाबा फूला सिंह जी कि मैं संत बाबा हरनाम सिंह जी नूं एक बार पुछिया सी कि महापुरुषो तुहाडी उम्र बहुत हो गई, तुहाडी थां दे उत्ते किहड़ा सेवादार हुण आवेगा। कहंदे मैं उदों सारे सिंघां दे नाम लए, जिन्ने भी सिंह सन। कहंदे सारे सिंघां दे नां दे उत्ते महापुरुष कुछ नहीं बोले, पर कहंदे जदों मैं बाबा बलदेव सिंह जी का नां लिया ना तो महापुरुष कहन लगे हाँ इन्हां नूं मेरे तो बाद सेवा दित्ती जावेगी। फता करके फिर बाबा बलदेव सिंह जी जो हुण महापुरुष ने जोगेवाल, उन्होंने दस्तारबंदी की रस्म हुई। महते तो भी संत बाबा जरनैल सिंह जी खालसा भिंडरां वालियां ने बाबा ठाकुर सिंह जी नूं दस्तार दे करके भेजिया। होर भी इलाके दे महापुरुष आए सन, महापुरुषां नूं दस्तारबंदी हुई। उदों तो लै करके संत बाबा बलदेव सिंह जी महापुरुष जो उत्थे पातशाह जी के स्थान के उत्ते सेवा कर रहे, ते पातशाह जी वर्गा ही सुभाअ है उन्हां दा, निमरता वाला, कदे भी किसी नाल वैर विरोध नहीं करते ते विद्या पढ़ाउंदे अकदे थकदे नहीं। रात नूं भी संथ्या कराई जांदे, सारा दिन भी गुरबाणी पढ़ाई जांदे। ते असीं भी जिन्ने भी जिवें संत बाबा रेशम सिंह जी महापुरुष, भाई ज्ञानी भाई अमरीक सिंह जी, दास राजविंदर सिंह, असीं भी महापुरुषों के संत बाबा बलदेव सिंह जी के विद्यार्थी हाँ। उन्होंने कोलों असीं संथ्या प्राप्त की है। सो इस करके असीं महापुरुषों के विद्यार्थी होने करके, उस फुलवाड़ी के फुल होने करके सिੱਖੀ का प्रचार करने वास्ते सानूं उत्थों बख्शिशां होईयां। इस करके असीं महापुरुषों नूं शरधा के फुल भेंट करदिआं होइआं उन्हां दा जिहड़ा है इह सालाना जोड़ मेला इत्थे मनाया। सो महाराज साडे सारिआं ते किरपा करन, असीं महापुरुषों के स्थान दे नाल जुड़ीए, बाणी नाल जुड़ीए, उन्हां दे जीवन तो प्रेरणा लईए। महापुरुषों के जीवन के उत्ते भाई सुरजीत सिंह जी उन्होंने ने एक किताब लिखी है परोपकारी गुरु प्यारे, ते वो भेटा तो रहत है, वो जोगे वाले तो मिल जाती। महापुरुषों के कोलों जाके वो किताब लैके आपां जरूर पढ़ीए, अपने बच्चों नूं पढ़ाइए, ते तां कि साडा भी प्यार है गुरबाणी नाल बन सके, शरधा विश्वास बन सके। सो महाराज सारिआं ते रहमत करन। दास दे समय की समाप्ति है, विचारां करदिआं अनेकां प्रकार दीआं भुल्लां हो जाणीआं सुभाविक ने। सतगुरु जी सतगुरां दी संगत बख्शनहार है, बख्श लेना जी। देहो सजन सीसड़िया, जो होवै सैफ स्यो मेल। वाहिगुरू जी का खालसा, वाहिगुरू जी की फतेह।